ਭਾਜੀ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਦਿੱਲੀ ਜਾਂਦੇ ਨੇ, ਕਹਿੰਦੇ ਨੇ 1000 ਰੁਪਇਆ ਅਸੀਂ 18 ਸਾਲ ਤੋਂ ਉੱਪਰ ਦੇ ਜਿਹੜੀਆਂ ਮਹਿਲਾਵਾਂ ਭੈਣਾਂ ਨੇ ਉਹਨਾਂ ਨੂੰ ਦੇਵਾਂਗੇ। ਕਿਵੇਂ ਦੇਖਦੇ ਹੋ ਦਿੱਲੀ ਦੇ ਵਿੱਚ ਹਾਲਾਤ ਇਸ ਦੇ ਬਿਲਕੁਲ ਉਲਟ ਨੇ? ਨਹੀਂ ਦੇਖੋ, ਜੇ ਤਾਂ ਉਹ ਦਿੱਲੀ 'ਚ ਪਹਿਲਾਂ, ਕਿਉਂਕਿ ਦੂਸਰੀ ਵਾਰੀ ਉਹਨਾਂ ਦੀ ਗਵਰਨਮੈਂਟ ਹੈਗੀ ਆ, ਔਰ ਜੇ ਤਾਂ ਪਹਿਲਾਂ ਦਿੱਲੀ 'ਚ ਦੇ ਰਹੇ ਆ ਫਿਰ ਤਾਂ ਉਹ ਕੁਛ ਗੱਲ ਉਹਨਾਂ ਦੀ ਸਮਝ ਆਉਂਦੀ ਹੈ। ਜੇ ਦਿੱਲੀ 'ਚ ਨਹੀਂ ਦੇ ਰਿਹਾ ਫਿਰ ਪੰਜਾਬ ਨੂੰ ਫ੍ਰੀ ਬੀਜ ਦਾ ਕਿੱਧਰ ਨੂੰ ਤੋਰ ਰਹੇ ਆ। ਭਾਈ ਇਸ ਤੋਂ ਇਲਾਵਾ ਸ਼ਰਾਬ ਨੂੰ, ਨਸ਼ੇ ਨੂੰ ਲੈ ਕੇ ਪੰਜਾਬ ਨੂੰ ਬੜਾ ਭੰਡਿਆ ਗਿਆ, ਕਿਹਾ ਕਿ ਪੰਜਾਬ ਉੱਡਦਾ ਪੰਜਾਬ ਹੋ ਗਿਆ, ਨਸ਼ੇੜੀ ਹੋ ਗਿਆ। ਲੇਕਿਨ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤਾਂ ਅਸੀਂ ਦੇਖਿਆ ਜਵਾਨੀ ਕਿਵੇਂ ਖੜੀ ਹੋ ਕੇ ਆਈ। ਇਸੇ ਆਮ ਆਦਮੀ ਪਾਰਟੀ ਨੇ ਬੜੇ ਸਵਾਲ ਚੁੱਕੇ ਪੰਜਾਬ ਦੇ ਨਸ਼ੇ ਨੂੰ ਲੈ ਕੇ। ਮੈਂ ਇਸ ਕਰਕੇ ਸਵਾਲ ਪੁੱਛਿਆ ਕਿ ਹੁਣ ਦਿੱਲੀ ਦੇ ਵਿੱਚ ਆਬਕਾਰੀ ਨੀਤੀ ਇਹਨਾਂ ਨੇ ਵਰਤੀ ਹੈ, ਸ਼ਰਾਬ ਦੀ ਨੀਤੀ, ਗਲੀ ਗਲੀ ਠੇਕੇ ਖੁੱਲ ਰਹੇ ਨੇ, ਉਹਨੂੰ ਕਿਵੇਂ ਦੇਖਦੇ ਹੋ? ਕਥਨੀ ਕਰਨੀ ਫਰਕ ਹੈ ਜਾਂ ਸੂਬੇ ਦੇ ਸੂਬੇ ਇਹਨਾਂ ਦੀ ਰਾਜਨੀਤੀ ਬਦਲਦੀ ਹੈ? ਨਹੀਂ, ਮੈਨੂੰ ਲੱਗਦਾ ਸੂਬੇ ਤੋਂ ਸੂਬੇ ਦੀ ਰਾਜਨੀਤੀ ਬਦਲਦੀ ਆ। ਈਵਨ ਕਿ ਇਹਨਾਂ ਨੇ ਐਜੂਕੇਸ਼ਨ ਦੀ ਗੱਲ ਕੀਤੀ ਆ। ਐਜੂਕੇਸ਼ਨ ਦੇ ਵਿੱਚ ਅੱਜ ਪੰਜਾਬ ਜਿਹੜਾ ਉਹ ਦੁਬਾਰਾ ਨੰਬਰ 1 ਬਣਿਆ ਇਨਫਰਾਸਟਰਕਚਰ ਦੇ ਵਿੱਚ। ਇੰਟੈਲੀਜੈਂਸੀਆ ਦੇ ਵਿੱਚ ਹੁਣ ਥੋੜ੍ਹੇ ਦਿਨ ਹੋਏ ਐਗਜ਼ਾਮ ਹੋਏ ਆ, ਉਹਦਾ ਅਜੇ ਰਿਜ਼ਲਟ ਆਉਣਾ ਬਾਕੀ ਆ। ਔਰ ਉਹਦੇ ਨਾਲ ਨਾਲ ਸਾਡੀ ਜਿਹੜੀ ਟਰਾਂਸਫਰ ਪਾਲਿਸੀ ਆ ਉਹ ਇੰਨੀ ਟਰਾਂਸਪੇਰੈਂਟ ਆ ਕਿ ਇਹਨਾਂ ਨੇ ਹਜੇ ਬਣਾਉਣੀ ਆ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਕੁਛ ਇਸ਼ੂਜ਼ ਖੜ੍ਹੇ ਹੁੰਦੇ ਆ ਕਿਉਂਕਿ ਹਿਊਮਨ ਰਿਸੋਰਸਿਸ 'ਤੇ ਜਦੋਂ ਵੀ ਕੰਮ ਹੁੰਦਾ ਉਦੋਂ ਕਿਤੇ ਨਾ ਕਿਤੇ ਇਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ। ਬਟ ਆਪਾਂ ਜੇ ਕਹੀਏ ਕਿ ਇਹ ਜਾ ਕੇ ਸਾਡੀ ਐਜੂਕੇਸ਼ਨ ਪਾਲਿਸੀ ਨੂੰ ਠੀਕ ਕਰ ਲੈਣਗੇ, ਆਈ ਡੋਂਟ ਥਿੰਕ ਸੋ ਕਿ ਹਾਂ ਵੀ ਇੱਦਾਂ ਦੀ ਕੋਈ ਸਿਆਣੀ ਗੱਲ ਇਹ ਕਰ ਰਿਹਾ। ਕਿਉਂਕਿ ਮੈਂ ਤਾਂ ਕਦੀ, ਅਸਲੀ ਗੱਲ ਹੈ, ਪੋਲੀਟੀਕਲ ਸਟੇਟਮੈਂਟ ਦਿੰਦਾ ਨਹੀਂ ਹੈ, ਲੇਕਿਨ ਅਨਫੋਰਚੂਨੇਟਲੀ ਹੈ ਕਿ ਕੇਜਰੀਵਾਲ ਜੀ ਨੂੰ ਇੱਦਾਂ ਦੀ ਗੱਲ ਕਰਨੀ ਨਹੀਂ ਚਾਹੀਦੀ। ਉਹਨਾਂ ਨੇ ਤੁਹਾਡੇ ਟਵੀਟ ਦਾ ਜਵਾਬ ਦਿੱਤਾ ਹੈ। ਉਹ ਕਹਿੰਦੇ ਨੇ ਕਿ ਜੋ ਲੋਕ ਪੰਜਾਬ ਦੇ ਸਕੂਲਾਂ ਤੋਂ, ਮੌਜੂਦਾ ਸਿੱਖਿਆ ਪ੍ਰਣਾਲੀ ਤੋਂ ਖੁਸ਼ ਨੇ, ਉਹ ਕਾਂਗਰਸ ਨੂੰ ਵੋਟ ਦੇਣ। ਜੋ ਪੰਜਾਬ 'ਚ ਦਿੱਲੀ ਵਰਗੀ ਐਜੂਕੇਸ਼ਨ ਚਾਹੁੰਦੇ ਨੇ, ਸ਼ਾਨਦਾਰ ਐਜੂਕੇਸ਼ਨ ਉਹਨਾਂ ਨੇ ਲਿਖਿਆ, ਉਹ ਸਾਨੂੰ ਵੋਟ ਦੇਣ। ਇਹ ਪਤਾ ਨਹੀਂ ਹੁਣ ਉਹ ਕਿਹੜੀ ਸ਼ਾਨਦਾਰ ਐਜੂਕੇਸ਼ਨ ਦੀ ਗੱਲ ਕਰਦੇ ਆ, ਕਿਉਂਕਿ ਜਿੰਨਾ ਕੁ ਪਿਛਲੇ ਸਮੇਂ ਦੇ ਵਿੱਚ ਕੰਮ ਹੋਇਆ ਔਰ ਇਹ ਲਗਾਤਾਰ ਕੋਸ਼ਿਸ਼ਾਂ ਜਾਰੀ ਆ। ਕਿਉਂਕਿ ਮੈਂ ਨਹੀਂ ਕਹਿੰਦਾ ਕਿ ਅਸੀਂ ਮੈਂ ਹਮੇਸ਼ਾ ਅੱਧਾ ਗਲਾਸ ਭਰਿਆ ਦੇਖਦਾ ਹੁੰਦਾ, ਅੱਧਾ ਖਾਲੀ ਨਹੀਂ ਦੇਖਦਾ, ਕਿਉਂਕਿ ਅੱਧੇ ਭਰੇ ਦੇ ਵਿੱਚ ਅਸੀਂ ਅੱਗੇ ਵਧਣਾ ਹੈਗਾ। सर वो टीचर्स को परमानेंट करने की बात कर रहे हैं पंजाब में। नहीं, टीचर्स ਨੂੰ हमारी जो बेसिकली मेरा ख्याल है कि 20,000 की भर्ती ऑलरेडी अंडर प्रोसेस है। ये ठीक है कि कोर्ट्स में कहीं ना कहीं उसकी एक की 29th डेट है, इसकी 2 दिसंबर है, और उसके साथ साथ हम 15,000 टीचर्स की और जो है वो परमिशन कैबिनेट से ले रहे हैं, सो दैट कि हमारी एक्चुअली हमारी वो प्रॉब्लम नहीं है। हमारी प्रॉब्लम जो एजुकेशन में मैं समझता हूँ कि हमारी टीचर स्टूडेंट रेशो जो है वो नेशनल रेशो से बहुत अच्छी है, क्योंकि 27 टीचर के मगर 27 बच्चों के मगर एक टीचर चाहिए, लेकिन हमारे 24 बच्चों के मगर एक टीचर है। लेकिन एडमिनिस्ट्रेटिवली हमें उसको और इम्प्रूव करने की ज़रूरत है। ਤੁਹਾਡੇ ਘਰ ਦੇ ਬਾਹਰ ਧਰਨਾ ਲੱਗਾ ਸੀ, ਉਹਨਾਂ ਨੇ ਚੱਕ ਦਿੱਤਾ। ਉਹ ਕਹਿੰਦੇ ਨੇ ਕਿ 28 ਤਰੀਕ ਨੂੰ ਤੁਸੀਂ ਉਹਨਾਂ ਨੂੰ ਮੁੱਖ ਮੰਤਰੀ ਨਾਲ ਮਿਲਾ ਰਹੇ ਹੋ। ਕੀ ਇਹ ਜਾਣਕਾਰੀ ਨਹੀਂ, ਮੈਂ ਸੀਐਮ ਸਾਹਿਬ ਨਾਲ ਮੈਂ ਮੀਟਿੰਗ ਲਈ ਹੈਗੀ ਆ। ਉਹਨਾਂ ਨੂੰ ਕਿਹਾ ਮੈਨੂੰ 2 ਘੰਟੇ ਮੀਟਿੰਗ ਦਿਓ, ਸੋ ਦੈਟ ਦੇਅਰ ਆਰ ਇਸ਼ੂਜ਼, ਉਹਨੂੰ ਰਿਜ਼ੋਲਵ ਕਰੀਏ। ਕਿਉਂਕਿ ਅਲਟੀਮੇਟਲੀ ਜਿੱਥੇ ਫਾਈਨੈਂਸ਼ੀਅਲ ਜਿਹੜੀ ਇੰਪਲੀਕੇਸ਼ਨਸ ਹੈਗੀਆਂ, ਉਹ ਮੈਂ ਸਾਰੇ ਡਿਪਾਰਟਮੈਂਟ ਜਿਹੜੇ ਉਹ ਇਕੱਠੇ ਕੀਤੇ ਆ, ਚਾਹੇ ਪਰਸੋਨਲ ਹੈ, ਚਾਹੇ ਫਾਈਨੈਂਸ ਹੈ, ਚਾਹੇ ਚੀਫ ਮਿਨਿਸਟਰ ਆਫਿਸ ਹੈ, ਚਾਹੇ ਚੀਫ ਸੈਕਟਰੀ। ਸੋ ਅਸੀਂ ਇੱਕ ਮੀਟਿੰਗ ਕਰ ਰਹੇ ਹਾਂ ਸੋ ਦੈਟ ਕਿ ਉਹਦੇ 'ਚ ਮੇਜਰ ਜਿਹੜੇ ਇਸ਼ੂਜ਼ ਹੈਗੇ ਉਹਨੂੰ ਰਿਜ਼ੋਲਵ ਕੀਤਾ ਜਾਵੇ। 9000 ਅਸਾਮੀਆਂ ਕੱਢਣ ਦੀ ਉਹ ਮੰਗ ਕਰਦੇ ਨੇ ਕਿ 9000 ਘੱਟੋ ਘੱਟ ਕੱਢੋ, ਜਿੰਨਾ ਕਿ ਐਡਜਸਟ ਹੋ ਸਕੇ। ਨਹੀਂ, ਮੈਂ ਤਾਂ ਆਲਰੇਡੀ ਲਗਭਗ ਅਸੀਂ 15,000 ਦੇ ਕਰੀਬ ਹੋਰ ਜਿਹੜੀਆਂ 31 ਮਾਰਚ 2022 ਤੱਕ ਜਿਹੜੀ ਰਿਟਾਇਰਮੈਂਟ ਵੀ ਹੋਣੀ ਆ, ਮੈਂ ਤਾਂ ਉਹਦੀ ਅਸਾਮੀਆਂ ਵੀ ਕੈਲਕੂਲੇਟ ਕਰਕੇ ਬੈਠਾ ਤਾਂ ਕਿ ਉਹਦੀ ਪਰਮਿਸ਼ਨ ਲੈ ਕੇ ਉਹਦੀ ਵੀ ਭਰਤੀ ਕਰੀਏ, ਤਾਂ ਕਿ ਜਿਹੜੀ ਸਾਡੀ ਜਿਹੜਾ ਗੈਪ ਹੈ ਉਹ ਵੀ ਪੂਰਾ ਹੋ ਸਕੇ। ਔਰ ਜਿਹੜੀ ਇੰਪਲੋਇਮੈਂਟ ਹੈਗੀ ਆ, ਜਿਹੜੀ ਅਸੀਂ ਕਮਿਟ ਕੀਤੀ ਹੈ ਕਿ ਬੱਚਿਆਂ ਨੂੰ ਇੰਪਲੋਇਮੈਂਟ ਦੇਣੀ ਆ, ਕਿਉਂਕਿ ਸਾਡੇ ਬੱਚੇ ਹੈਗੇ ਆ, ਉਹ ਵੀ ਅਸੀਂ ਜਿਹੜਾ ਟੀਚਾ ਪੂਰਾ ਕਰ ਸਕੀਏ। भाजी एक सवाल पॉलिटिकल है। पंजाब में चुनाव होना है, पीछे काफ़ी ये खबर है कि आपस में इनफाइटिंग चन्नी और सिद्धू के बीच में। कल एक डेवलपमेंट हमने देखा कि प्रभारी हरीश चौधरी ने, जो महारानी परनीत कौर है पटियाला से कांग्रेस की सांसद, उनको एंटी पार्टी और एक्टिविटी में नोटिस जारी किया। तो आपको लगता है कि अभी भी कांग्रेस के अंदर ऐसे लोग बैठे हुए हैं जो पार्टी के अंदर तो हैं लेकिन वो पार्टी के खिलाफ काम कर रहे हैं? देखो, थोड़ा बहुत हमेशा होता है, और मैं समझता हूँ कि अगर हमारे जो प्रभारी हैं हरीश चौधरी जी, उन्होंने अगर नोटिस दिया है तो सोच समझ के दिया होगा। और मेरा ख्याल है कि आइदर वन हैज़ टू फॉल इन लाइन और अदरवाइज ही विल फेस द कॉन्सिक्वेंसेस।
एक सवाल, दिल्ली के मुख्यमंत्री अरविंद केजरीवाल गए थे अभी, उन्होंने पंजाब दौरे पे कहा कि कांग्रेस के कचरे को वो लेना नहीं चाहते अपनी पार्टी में, नहीं तो 25 विधायक और 2-3 सांसद तो कभी भी उनके साथ जा सकते हैं। आपको एक तो ये लैंग्वेज और दूसरा जो ये उनका कॉन्फिडेंस है, इसको किस ਕਿਉਂਕਿ ਬੜਾ ਕੌਨਫੀਡੈਂਸਲੀ ਉਹਨਾਂ ਨੇ ਕਿਹਾ ਕਿ ਇੰਨੇ ਲੋਕ ਆਉਣ ਨੂੰ ਤਿਆਰ ਨੇ। ਤੁਸੀਂ ਕਿਵੇਂ ਦੇਖਦੇ ਹੋ ਕਿ ਇੰਨੀ ਵੱਡੀ ਟੁੱਟ ਹੋ ਸਕਦੀ ਹੈ ਪਾਰਟੀ ਦੇ ਵਿੱਚ? पता नहीं, देखो अरविंद केजरीवाल जी बहुत समझदार हैं। दिल्ली में तो, पंजाब में उनके पास, उनके ही हमारे पास 4 जो है वो MLAs आ गए, 4 उनके MP थे, उनके साथ कोई भी नहीं रहा। तो मेरे को तो समझ नहीं आई कि वो कैसी लीडरशिप उभारना चाहते हैं। आज की तारीख में उनके पास पंजाब में लीडरशिप ही नहीं है। लीडरशिप नहीं है तो पता नहीं वो कैसे इसको डील करते हैं, वो तो उनकी पार्टी का काम है, मैं तो उसमें ज़्यादा बोलना नहीं चाहता। सर, एक सवाल ये कि विक्रम मजीठिया कह रहे हैं कि चन्नी अगर इतना अच्छा काम कर रहे हैं तो कांग्रेस उनको आगामी विधानसभा चुनाव का मुख्यमंत्री उम्मीदवार क्यों नहीं घोषित कर देती? ये देखो, हमारा इंटरनल इश्यूज़ है, क्योंकि जो MLAs हैं वो CLP लीडर चुनते हैं। जो भी जैसे भी होगा वो हम करेंगे। उसमें मेरा ख्याल है कि पार्टी की इंटरनल सिस्टम में किसी को दखल, अकाली दल है, हम कहें कि अकाली दल सुखबीर बादल को साइड में करके किसी दलित को चीफ मिनिस्टर बना दे तो वो घोषित कर दें, फिर वो क्यों नहीं करते? हम तो ये नहीं कहते, क्योंकि उनकी अपनी आइडियोलॉजी है, उनका अपना सिस्टम है। तो मेरा ख्याल है कि उनको अपनी पार्टी के लिए काम करना चाहिए, हमें अपनी पार्टी के लिए काम करना चाहिए। सर, एक सवाल ये भी कि चरणजीत सिंह चन्नी और नवजोत सिंह सिद्धू की टीम जब से अच्छा काम कर रही है, तब से केजरीवाल कह रहे हैं कि चरणजीत सिंह चन्नी नकली केजरीवाल बन गए हैं। काम तो अच्छा केजरीवाल भी कर रहे हैं और चन्नी जी भी कर रहे हैं, तो ये नकली केजरीवाल का आरोप कैसा? देखो, अल्टीमेटली बहुत सी चीज़ें ऐसी है, जैसे बीजेपी नहीं कभी कभी कहती, कभी कभी की हमेशा कहती है कि जो वो कहते हैं वो देश प्रेमी है, जो कोई दूसरा कहे वो देशद्रोही है। ऐसे ही केजरीवाल जी भी, इनको ये लगता है कि अगर केजरीवाल है तो ईमानदार है, अगर कोई दूसरा है तो वो ईमानदार नहीं है। ये सर्टिफिकेशन जो है वो हमें किसी को देने की ज़रूरत नहीं है, सर्टिफिकेशन तो लोग देते हैं और लोगों की कचहरी में जाना होता है। मेरा ख्याल है कि आज लीडरों को भी ये बात समझ लेनी चाहिए कि लीडरों से समझदार लोग हैं। अब सोशल मीडिया का ज़माना है, इलेक्ट्रॉनिक मीडिया का ज़माना है, जिसमें आपकी छोटी छोटी बात भी जो है वो लोगों को समझ आती है कि आप क्या कहना चाहते हो, क्या कन्वे करना चाहते हो और आपकी मंशा क्या है। ये हमें कहने की ज़्यादा ज़रूरत नहीं, लोग हमें बिल्कुल समझते हैं कौन अच्छा है कौन बुरा है। लेट द पीपल डिसाइड। ਭਾਜੀ, ਕਿਸਾਨੀ ਘੋਲ ਨੂੰ 1 ਸਾਲ ਹੋਣ ਵਾਲਾ ਹੈ, ਕਿਵੇਂ ਦੇਖਦੇ ਹੋ? 700 ਤੋਂ ਵੱਧ ਜਾਨਾਂ ਗਈਆਂ, ਸਰਕਾਰ ਬੇਸ਼ੱਕ ਵਾਪਸ ਮੁੜ ਗਈ, ਕਿਸਾਨ ਵੀਰ ਅਜੇ ਵੀ ਕਹਿੰਦੇ ਆ ਕਿ ਜਿੰਨਾ ਚਿਰ ਤੱਕ ਸਾਡੇ ਸਾਰੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਇਹ ਧਰਨਾ ਐਵੇਂ ਜਾਰੀ ਰਹੇਗਾ। देखो, बहुत देर ना लिया होया ठीक फैसला, लेकिन हजे भी ट्रस्ट डेफिसिट हैगा। और दूसरी गल है कि ਇਹਦੇ ਵਿੱਚ मैं ਪਹਿਲਾਂ ਵੀ 3 ਸਾਲ ਪਹਿਲਾਂ ਕਿਹਾ ਸੀ, इट वॉज डिजाइंड बाय BJP, एग्जीक्यूटेड बाय कैप्टन अमरिंदर सिंह एंड सपोर्टेड बाय सुखबीर सिंह बादल। और ये इस करके सारा कुछ ਹੁਣ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਗੱਲ ਤਾਂ ਠੀਕ ਹੈਗੀ ਆ, ਲੇਕਿਨ ਉਹਦੇ ਸਮੇਂ ਦੇ ਵਿੱਚ 1 ਸਾਲ ਦੇ ਵਿੱਚ ਪੰਜਾਬ ਦਾ ਔਰ ਹਿੰਦੁਸਤਾਨ ਦਾ ਨੁਕਸਾਨ ਬਹੁਤ ਹੋਇਆ, ਇਮੇਜ ਦਾ ਵੀ ਹੋਇਆ, ਫਾਈਨੈਂਸ਼ੀਅਲੀ ਵੀ ਹੋਇਆ ਤੇ ਸਾਡੀਆਂ ਜਾਨਾਂ ਵੀ ਗਈਆਂ। ਉਹਦੇ ਨਾਲ ਟਰਸਟ ਡੈਫਿਸਿਟ ਜਿਹੜਾ ਆ ਉਹ ਹੋਰ ਵਧਿਆ ਹੈਗਾ। ਜਿੰਨਾ ਚਿਰ ਇਹ ਰੀਪੀਲ ਨਹੀਂ ਹੋ ਜਾਂਦੇ, ਜਿੰਨਾ ਚਿਰ MSP ਪ੍ਰੋਪਰ ਆਪਣੀ ਸ਼ੇਪ ਨਹੀਂ ਲੈ ਲੈਂਦੀ, ਉਹਨਾਂ ਚਿਰ ਮੇਰਾ ਖਿਆਲ ਇਹਨਾਂ ਤੇ ਟਰਸਟ ਕਰਨਾ ਜਿਹੜਾ ਉਹ ਬਹੁਤ ਔਖਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਪੰਜਾਬ ਦਿਵਸ ਤੇ ਦਿੱਤਾ ਯਾਦਗਾਰੀ ਤੋਹਫਾ। CM ਚੰਨੀ ਨੇ ਕਿਹਾ, ਪੜ੍ਹਾਈ ਤੇ ਸਿਹਤ 2 ਐਸੇ ਖੇਤਰ ਹੈ ਜਿਨ੍ਹਾਂ ਤੋਂ ਬਿਨਾ ਕੋਈ ਵੀ ਸੂਬਾ, ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੱਛੀਆਂ ਪੜ੍ਹਾਈਆਂ, ਅੱਛੇ ਤਰੀਕੇ, ਟੀਚਰਾਂ ਦੀ ਟ੍ਰੇਨਿੰਗ ਅਸੀਂ ਕਰਵਾਉਣ ਜਾ ਰਹੇ ਹਾਂ। ਪੰਜਾਬ ਦੀ ਖੁਸ਼ਹਾਲੀ ਲਈ ਕੀਤੀ ਨੌਜਵਾਨਾਂ ਨੂੰ ਸਹਿਯੋਗ ਦੀ ਅਪੀਲ। ਤੁਸੀਂ ਅੱਜ ਨੌਕਰੀ ਮਿਲੀ ਹੈ, ਤੁਹਾਨੂੰ ਬਿਨਾਂ ਪੈਸਿਆਂ ਦੇ ਨੌਕਰੀ ਮਿਲੀ ਹੈ, ਤੁਸੀਂ ਕ੍ਰਾਂਤੀਕਾਰੀ ਸੋਚ ਨਾਲ ਆਓ। ਆਪਣੀ ਆਪਣੀ ਜ਼ਿੰਮੇਵਾਰੀ ਅਸੀਂ ਸਾਰੇ ਨਿਭਾਈਏ, ਸੂਬੇ ਦੀ ਖੁਸ਼ਹਾਲੀ ਲਈ ਰਲ ਕੇ ਹਿੱਸਾ ਪਾਈਏ।